प्यारे विद्यार्थियों ਅਤੇ अध्यापक साथियों, ਇਹ ਜਿਹੜੀ ਵੀਡੀਓ ਹੈ ਵਿਸ਼ੇਸ਼ ਕਰਕੇ BA ਭਾਗ ਪਹਿਲਾ ਦੇ ਵਿੱਚ ਜੋ ਨਵਾਂ ਪਾਠਕ੍ਰਮ ਬਣਾਇਆ ਗਿਆ ਉਸ ਨਾਲ ਸੰਬੰਧਿਤ ਹੈ। ਉਸ ਦੇ ਵਿੱਚ ਕਹਾਣੀਆਂ ਦੀ ਕਿਤਾਬ ਜਿਹੜੀ ਪ੍ਰੋਫੈਸਰ ਹਰਭਜਨ ਸਿੰਘ ਨੇ ਸੰਪਾਦਿਤ ਕੀਤੀ ਆ ਕਥਾ ਪੰਜਾਬ, ਉਹ ਤੁਹਾਡੇ ਪਾਠਕ੍ਰਮ ਦੇ ਵਿੱਚ ਹੈ। ਅਤੇ ਇਸ ਕਿਤਾਬ ਦੇ ਬਾਰੇ ਜੋ ਕੁਝ ਪ੍ਰਸ਼ਨ ਆਉਣੇ ਨੇ ਉਹਨਾਂ ਦੇ ਵਿੱਚ ਵਿਸ਼ਾ ਵਸਤੂ ਵੀ ਹੈ, ਸਾਰ ਵੀ ਹੈ, ਤੱਤ ਸਾਰ ਵੀ ਹੈ ਅਤੇ ਪਾਠਕੀ ਹੁੰਗਾਰਾ ਹੈ ਕਿ ਪਾਠਕ ਦੀ ਅਨੁਕਿਰਿਆ ਜਿਹੜੀ ਕਹਾਣੀ ਬਾਰੇ ਕੀ ਹੈ। ਇਸ ਪਾਠਕ੍ਰਮ ਨੂੰ ਬਣਾਉਂਦਿਆਂ ਹੋਇਆਂ ਜਿਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਉਹ ਇਹ ਹੈ ਕਿ ਬਣੀਆਂ ਬਣਾਈਆਂ ਮਾਨਤਾਵਾਂ ਧਾਰਨਾਵਾਂ ਜੋ ਹੈਲਪ ਬੁੱਕ ਜਾਂ ਗਾਈਡ ਦੇ ਵਿੱਚ ਹੁੰਦੀਆਂ ਨੇ ਉਹਨਾਂ ਦੀ ਬਜਾਏ ਵਿਦਿਆਰਥੀ ਨੂੰ ਕਹਾਣੀ ਦੇ ਨਾਲ ਸਿੱਧੇ ਤੌਰ 'ਤੇ ਜੋੜਨ ਲਈ ਪ੍ਰੇਰਿਤ ਕੀਤਾ ਜਾਵੇ, ਉਸ ਨੂੰ ਜੁੜਨ ਲਈ ਉਤਸ਼ਾਹਿਤ ਕੀਤਾ ਜਾਵੇ। ਅਤੇ ਇਸ ਲਈ ਕਹਾਣੀ ਦੇ ਬਾਰੇ ਉਹਦਾ ਆਪਣਾ ਨਿੱਜੀ ਵਿਚਾਰ ਕੀ ਹੈ ਉਸ ਨੂੰ ਇੱਕ ਤਰ੍ਹਾਂ ਉਭਾਰਿਆ ਜਾਵੇ, ਉਸ ਨੂੰ ਲਿਖਣ ਲਈ ਕਿਹਾ ਜਾਵੇ। ਅਕਸਰ ਸਾਡੇ ਕੋਲ ਜਿਹੜੇ ਪਹਿਲੇ ਸਾਡੇ ਪਾਠਕ੍ਰਮ ਨੇ ਉਹਨਾਂ ਦੇ ਵਿੱਚ ਇਹ ਹੁੰਦਾ ਕਿ ਕਹਾਣੀ ਦੇ ਬਾਰੇ ਕੁਝ ਅਧਿਆਪਕ ਦੀਆਂ ਮਾਨਤਾਵਾਂ ਹੁੰਦੀਆਂ ਨੇ, ਕੁਝ ਪੁਸਤਕਾਂ ਦੇ ਵਿੱਚ ਮਾਨਤਾਵਾਂ ਮੌਜੂਦ ਹੁੰਦੀਆਂ ਨੇ ਅਤੇ ਉਹਨਾਂ ਹੀ ਮਾਨਤਾਵਾਂ ਨੂੰ ਵਿਦਿਆਰਥੀ ਯਾਦ ਕਰਦਾ ਅਤੇ ਲਿਖ ਦਿੰਦਾ। ਵਿਸ਼ਾ ਵਸਤੂ ਵੀ ਉਸੇ ਤਰੀਕੇ ਨਾਲ ਲਿਖਦਾ, ਸਾਰ ਵੀ ਉਸੇ ਤਰੀਕੇ ਨਾਲ ਲਿਖਦਾ ਅਤੇ ਆਪਣੀ ਜਿਹੜੀ ਉਸ ਦੀ ਸਮਝ ਹੁੰਦੀ ਹੈ ਉਸ ਨੂੰ ਉਹ ਪ੍ਰਗਟ ਨਹੀਂ ਕਰਦਾ, ਆਪਣੀ ਸਮਝ ਬਣਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਇਸ ਲਈ ਪਾਠਕ੍ਰਮ ਦੇ ਵਿੱਚ ਜਿਹੜੀ ਚੀਜ਼ ਜੋੜੀ ਗਈ ਹੈ ਉਹ ਪਾਠਕੀ ਹੁੰਗਾਰਾ, ਉਸ ਨੂੰ ਵਿਸ਼ੇਸ਼ ਤੌਰ 'ਤੇ ਮਹੱਤਵ ਦਿੱਤਾ ਗਿਆ ਅਤੇ ਅਧਿਆਪਕ ਨੂੰ ਇਹ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਇੱਕ ਸੰਕੇਤ ਦਿੱਤਾ ਗਿਆ ਕਿ ਉਹ ਵਿਦਿਆਰਥੀ ਨੂੰ ਆਪਣਾ ਜਿਹੜਾ ਹੁੰਗਾਰਾ ਹੈਗਾ ਉਹ ਦਰਜ ਕਰਨ ਲਈ ਉਤਸ਼ਾਹਿਤ ਕਰੇ ਅਤੇ ਨਾਲ ਦੀ ਨਾਲ ਉਸ ਨੂੰ ਸਿਖਾਵੇ ਵੀ। ਹੁਣ ਮਸਲਾ ਇਹ ਹੈ ਕਿ ਪਾਠਕੀ ਹੁੰਗਾਰਾ ਕੀ ਹੁੰਦਾ। ਪਾਠਕੀ ਹੁੰਗਾਰਾ ਜਦੋਂ ਆਪਾਂ ਤਕਨੀਕੀ ਤੌਰ 'ਤੇ ਦੇਖਦੇ ਹਾਂ ਤਾਂ ਇਸ ਦਾ ਜਿਹੜਾ ਸੰਬੰਧ ਉਹ ਰੀਡਰ ਰਿਸਪੌਂਸ ਥਿਊਰੀ ਨਾਲ ਜੁੜ ਜਾਂਦਾ, ਜਿਹੜੀ ਕਿ ਉੱਤਰ ਸੰਰਚਨਾਵਾਦ ਦੇ ਵਿੱਚੋਂ ਆਈ ਹੋਈ ਜਾਂ ਉੱਤਰ ਸੰਰਚਨਾਵਾਦ ਦੀ ਨਿਰੰਤਰਤਾ ਦੇ ਵਿੱਚ ਵਿਕਸਿਤ ਹੋਈ ਸਾਹਿਤ ਅਧਿਐਨ ਵਿਧੀ ਹੈ। ਇੱਥੇ ਅਸੀਂ ਵਿਦਿਆਰਥੀ ਨੂੰ ਨਾ ਤਾਂ ਰੀਡਰ ਰਿਸਪੌਂਸ ਥਿਊਰੀ ਬਾਰੇ ਕੋਈ ਸਮਝਾਉਣ ਦੀ ਕੋਈ ਇਹਦੇ ਵਿੱਚ ਕੋਈ ਜ਼ਰੂਰਤ ਸਮਝਦੇ ਹਾਂ ਅਤੇ ਨਾ ਅਸੀਂ ਸਿਧਾਂਤਕ ਤੌਰ 'ਤੇ ਉਸ ਨੂੰ ਹਾਲੇ ਅਸੀਂ ਇੰਨਾ ਪ੍ਰਪੱਕ ਸਮਝਦੇ ਹਾਂ ਕਿ ਉਹ ਸਿਧਾਂਤ ਦੇ ਇਹਨਾਂ ਮੁੱਦਿਆਂ ਦੇ ਬਾਰੇ ਸਿੱਖ ਸਕਦਾ ਹੋਊਗਾ। ਕਿਉਂਕਿ ਰੀਡਰ ਰਿਸਪੌਂਸ ਥਿਊਰੀ ਜਿਹੜੀ ਕਿ ਸਾਡੇ ਬਹੁਤ ਸਾਰੇ ਸੰਰਚਨਾਵਾਦ ਅਤੇ ਉੱਤਰ ਸੰਰਚਨਾਵਾਦ ਨਾਲ ਜੁੜੇ ਹੋਏ ਵਿਦਵਾਨਾਂ ਨੇ ਉਸ ਦੀ ਜਿਹੜੀ ਇੱਕ ਤਰ੍ਹਾਂ ਨਾਲ ਉਹਨੂੰ ਵਿਕਾਸ ਉਹਦਾ ਕੀਤਾ। ਨਾਰਮਨ ਹਾਲੈਂਡ, ਇਹ ਤੁਹਾਡੇ ਵਾਸਤੇ ਅਧਿਆਪਕਾਂ ਵਾਸਤੇ ਹੀ ਸਿਰਫ ਮੈਂ ਦੱਸ ਰਿਹਾ, ਸਟੈਨਲੇ ਫਿਸ਼ ਹੈ, ਵੋਲਫਗੈਂਗ ਈਸਰ ਹੈ, ਹੈਂਜ਼ ਰੋਬਰਟ ਜੌਸ ਅਤੇ ਰੋਲਾਂ ਬਾਰਤ। ਇਹਨਾਂ ਦੇ ਜਿਹੜੇ ਕਹਿ ਲਓ ਕਿ ਸਾਹਿਤ ਅਧਿਐਨ ਦੀਆਂ ਪਾਠਗਤ ਜਿਹੜੀ ਅਧਿਐਨ ਦੀਆਂ ਇਹਨਾਂ ਦੀਆਂ ਆਪਣੀਆਂ ਵਿਧੀਆਂ ਨੇ, ਉਹਨਾਂ ਦੇ ਜੋੜ ਮੇਲ ਦੇ ਵਿੱਚੋਂ ਇੱਕ ਤਰ੍ਹਾਂ ਰੀਡਰ ਰਿਸਪੌਂਸ ਥਿਊਰੀ ਪੈਦਾ ਹੋਈ ਹੈ। ਅਤੇ ਰੀਡਰ ਰਿਸਪੌਂਸ ਥਿਊਰੀ ਦਾ ਜਿਹੜਾ ਮੁੱਖ ਸੰਕਲਪ ਹੈ ਉਹ ਇਹੀ ਹੈ ਕਿ ਪਾਠਕ ਕਿਸੇ ਵੀ ਰਚਨਾ ਦਾ ਉਪਭੋਗੀ ਜਾਂ ਨਿਸ਼ਕਿਰਿਆ ਉਪਭੋਗੀ, ਸੁਸਤ ਉਪਭੋਗੀ ਨਹੀਂ ਹੁੰਦਾ ਹੈਗਾ। ਕੋਈ ਵੀ ਸਾਹਿਤ ਰਚਨਾ ਜਦੋਂ ਪਾਠਕ ਪੜ੍ਹਦਾ ਹੈ ਤਾਂ ਉਸ ਰਚਨਾ ਦੇ ਬਾਰੇ ਉਸ ਦੇ ਮਨ ਦੇ ਵਿੱਚ ਕੋਈ ਨਾ ਕੋਈ ਸੰਕਲਪ ਬਣਦਾ, ਕੋਈ ਨਾ ਕੋਈ ਧਾਰਨਾ ਬਣਦੀ ਹੈ, ਉਸ ਦੀ ਕੋਈ ਨਾ ਕੋਈ ਸਮਝ ਬਣਦੀ ਹੈ ਅਤੇ ਉਸ ਦੇ ਵਿੱਚੋਂ ਉਹ ਅਰਥ ਇੱਕ ਤਰ੍ਹਾਂ ਨਾਲ ਹਾਸਲ ਕਰਦਾ। ਅਤੇ ਅਰਥ ਹਾਸਲ ਕਰਦਿਆਂ ਹੋਇਆਂ, ਅਰਥ ਨੂੰ ਸਮਝਦਿਆਂ ਹੋਇਆਂ ਪਾਠਕ ਆਪਣੀ ਸ਼ਖਸੀਅਤ, ਆਪਣੀ ਬੌਧਿਕਤਾ, ਆਪਣੀ ਕਲਪਨਾਸ਼ੀਲਤਾ ਅਤੇ ਆਪਣੀ ਸ਼ਖਸੀਅਤ ਦੇ ਜਿੰਨੇ ਪਾਸਾਰ ਨੇ ਉਹਨਾਂ ਨੂੰ ਰਚਨਾ ਨੂੰ ਪੜ੍ਹਦਿਆਂ ਹੋਇਆਂ ਇੱਕ ਤਰ੍ਹਾਂ ਨਾਲ ਰਚਨਾ ਦੇ ਅਰਥ ਹਾਸਲ ਕਰਨ ਲੱਗਿਆਂ ਉਸ ਵਿੱਚ ਸ਼ਾਮਿਲ ਕਰ ਦਿੰਦਾ। ਅਤੇ ਇਹ ਉਸ ਦੀ ਇੱਕ ਸਿਰਜਣਾਤਮਕਤਾ ਹੁੰਦੀ ਹੈ, ਇਹ ਪਾਠਕ ਦੀ ਕ੍ਰੀਏਟੀਵਿਟੀ ਹੁੰਦੀ ਹੈ। ਇੱਕ ਤਰ੍ਹਾਂ ਨਾਲ ਪਾਠਕ ਉਸ ਰਚਨਾ ਨੂੰ ਮੁੜ ਕੇ ਦੁਬਾਰਾ ਆਪਣੇ ਮਨ ਵਿੱਚ ਲਿਖਦਾ, ਉਸ ਦੀ ਪੜ੍ਹਤ ਇੱਕ ਆਪਣੇ ਅੰਦਰ ਤਿਆਰ ਕਰਦਾ। ਜਿਹੜੀ ਇਹ ਪੜ੍ਹਤ ਹੈ ਇਹ ਉਸ ਦੇ ਬੌਧਿਕ ਸਿਰਜਣਾਤਮਕ ਵਿਕਾਸ ਦੀ ਮਿਸਾਲ ਹੁੰਦੀ ਹੈ ਜਾਂ ਉਸ ਦਾ ਪ੍ਰਮਾਣ ਹੁੰਦੀ ਹੈ ਕਿ ਉਹ ਬੌਧਿਕ ਤੌਰ 'ਤੇ ਅਤੇ ਸਿਰਜਣਾਤਮਕ ਤੌਰ 'ਤੇ ਅੰਦਰੋਂ ਵਿਕਾਸ ਕਰ ਰਿਹਾ ਹੈ। ਇਸ ਮੁੱਦੇ ਨੂੰ ਧਿਆਨ ਦੇ ਵਿੱਚ ਰੱਖ ਕੇ ਕਿ ਅਸੀਂ ਆਪਣੇ ਪਾਠਕ ਨੂੰ ਜਿਸ ਨੂੰ ਅਸੀਂ ਸੁਸਤ ਉਪਭੋਗੀ ਬਣਾ ਦਿੰਦੇ ਹਾਂ ਅਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਅਧਿਆਪਕ ਜੋ ਅਰਥ ਵਿਦਿਆਰਥੀ ਨੇ ਕੀਤੇ ਹੁੰਦੇ ਨੇ ਉਹਨਾਂ ਅਰਥਾਂ ਦੇ ਉੱਪਰ ਆਪਣੇ ਅਰਥਾਂ ਨੂੰ ਥੋਪਦਾ ਕਿ ਜਿਹੜੇ ਅਧਿਆਪਕ ਦੇ ਅਰਥ ਨੇ ਉਹ ਇੱਕ ਤਰ੍ਹਾਂ ਨਾਲ ਡੋਮੀਨੇਟ ਕਰਦੇ ਨੇ। ਉਹ ਕਈ ਵਾਰ ਤਾਂ ਇਸ ਤਰ੍ਹਾਂ ਵੀ ਹੁੰਦਾ ਵੀ ਜਿਸ ਤਰ੍ਹਾਂ ਦੇ ਵੀ ਅਰਥ ਅਧਿਆਪਕ ਨੇ ਖੁਦ ਬਣਾਏ ਨੇ ਜਾਂ ਕਿਤੋਂ ਉਸ ਨੇ ਪੜ੍ਹ ਕੇ ਉਸ ਦੇ ਅਰਥ ਸਮਝੇ ਨੇ, ਉਹਨਾਂ ਨੂੰ ਉਹ ਅੰਤਿਮ ਅਰਥ ਸਮਝਦਾ ਅਤੇ ਉਹਨਾਂ ਅੰਤਿਮ ਅਰਥਾਂ ਨੂੰ ਆਪਣੇ ਵਿਦਿਆਰਥੀਆਂ ਦੇ ਉੱਪਰ ਥੋਪਦਾ। ਅਤੇ ਜੇ ਕੋਈ ਵਿਦਿਆਰਥੀ ਉਸ ਤੋਂ ਵੱਖਰਾ ਕੋਈ ਅਰਥ ਕਿਸੇ ਰਚਨਾ ਦਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਉਹ ਇੱਕ ਤਰ੍ਹਾਂ ਨਾਲ ਨਿਰਉਤਸ਼ਾਹਿਤ ਕਰਦਾ।
ਆਪਾਂ ਚਾਹੁੰਦੇ ਹਾਂ ਕਿ ਉਸ ਨੂੰ ਨਿਰਉਤਸ਼ਾਹਿਤ ਕਰਨ ਦੀ ਬਜਾਏ ਉਤਸ਼ਾਹਿਤ ਕੀਤਾ ਜਾਵੇ। ਤੇ ਜਿਹੜਾ ਉਤਸ਼ਾਹ ਹੈਗਾ ਉਸ ਵਾਸਤੇ ਸਾਨੂੰ ਥੋੜ੍ਹਾ ਜਿਹਾ ਪਾਠਕ ਨੂੰ ਸਿਖਾਉਣਾ ਵੀ ਪਊਗਾ ਕਿ ਉਸ ਨੇ ਕਿਸੇ ਰਚਨਾ ਦਾ ਜਿਹੜਾ ਅਰਥ ਬਣਾਉਣਾ ਉਸ ਨੂੰ ਕਿਵੇਂ ਬਣਾਉਣਾ। ਇਹ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਕਿ ਉਸ ਨੂੰ ਤੁਸੀਂ ਬੇਥਵੇ ਤਰੀਕੇ ਨਾਲ ਕੋਈ ਵੀ ਅਰਥ ਪਾਠਕ ਲੈ ਸਕਦਾ, ਕਿਉਂਕਿ ਜਦੋਂ ਪਾਠਕ ਅਰਥ ਨੂੰ ਬਣਾਉਂਦਾ ਹੈ ਤਾਂ ਉਹ ਰਚਨਾ ਦੇ ਵਿੱਚ, ਕਹਾਣੀ ਦੇ ਵਿੱਚ ਜਾਂ ਕਵਿਤਾ ਦੇ ਵਿੱਚ ਗਹਿਰਾ ਉਤਰਦਾ ਅਤੇ ਉਹਨਾਂ ਦੇ ਵੱਖ-ਵੱਖ ਤੱਤਾਂ ਨੂੰ ਆਪਸ ਵਿੱਚ ਜੋੜ ਮੇਲ ਕੇ ਇੱਕ ਤਰਕਸ਼ੀਲ ਤਰੀਕੇ ਨਾਲ ਉਸ ਦਾ ਕੋਈ ਅਰਥ ਆਪਣੇ ਅੰਦਰ ਸਿਰਜਣ ਦੀ ਉਹ ਕੋਸ਼ਿਸ਼ ਕਰਦਾ। ਇੱਥੇ ਅਧਿਆਪਕ ਦਾ ਜਿਹੜਾ ਕੰਮ ਹੈ ਉਹ ਹੈਗਾ, ਇੱਕ ਤਾਂ ਉਹ ਪਾਠਕ ਨੂੰ ਸਮਝਾਵੇ ਕਿ ਤੁਸੀਂ ਰਚਨਾ ਨਾਲ ਆਪਣੇ ਤਰ੍ਹਾਂ ਦਾ ਸੰਬੰਧ ਬਣਾਓ ਅਤੇ ਉਸ ਰਚਨਾ ਨੂੰ ਖੁਦ ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਸ ਦੇ ਸਾਰੇ ਪੱਖਾਂ ਨੂੰ ਧਿਆਨ ਨਾਲ ਪੜ੍ਹੋ। ਰੀਡਰ ਰਿਸਪੌਂਸ ਥਿਊਰੀ ਇੱਕ ਤਰ੍ਹਾਂ ਨਾਲ ਕਲੋਜ਼ ਰੀਡਿੰਗ ਦੀ ਥਿਊਰੀ ਵੀ ਹੈ, ਭਾਵ ਨਿਕਟ ਅਧਿਐਨ ਦੀ, ਕਿ ਪਾਠਕ ਉਸ ਦਾ ਨਿਕਟ ਅਧਿਐਨ ਕਰੂਗਾ। ਨਿਕਟ ਅਧਿਐਨ ਕਰਕੇ ਉਸ ਨੂੰ ਗੌਰ ਨਾਲ ਦੇਖੂਗਾ, ਜਿੱਥੇ ਕਿਤੇ ਉਸ ਨੂੰ ਕੋਈ ਗਹਿਰੀ ਚੀਜ਼ ਲੱਗਦੀ ਹੈ ਉੱਥੇ ਉਹ ਰੁਕ ਕੇ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੂਗਾ ਅਤੇ ਉਸ ਦੇ ਵਿੱਚ ਆਪਣੀ ਜਿਹੜੀ ਸਿਰਜਣਾਤਮਕ ਬਿਰਤੀ ਆ ਉਸ ਨੂੰ ਉਹ ਕਾਰਜਸ਼ੀਲ ਕਰੂਗਾ। ਇਸ ਤਰ੍ਹਾਂ ਕਰਦਿਆਂ ਹੋਇਆਂ ਉਹ ਸਮੁੱਚੀ ਰਚਨਾ ਦੇ ਵੱਖ-ਵੱਖ ਜਿਹੜੇ ਤੱਤ ਨੇ, ਉਸ ਦੇ ਵਿੱਚ ਕਹੀਏ ਜੇ ਕਹਾਣੀ ਹੈ ਤਾਂ ਉਸ ਦੇ ਵੱਖ-ਵੱਖ ਮੋਟਿਵ ਨੇ, ਹਰ ਵਾਕ ਦੇ ਵਿੱਚ ਇੱਕ ਮੋਟਿਵ ਹੋ ਸਕਦਾ, ਉਹਨਾਂ ਮੋਟਿਵਾਂ ਨੂੰ ਆਪਸ ਵਿੱਚ ਜੋੜ ਕੇ ਉਸ ਦਾ ਅਰਥ ਬਣਾਉਣ ਦੀ ਕੋਸ਼ਿਸ਼ ਕਰੂਗਾ। ਅਤੇ ਜੋ ਅਰਥ ਪ੍ਰਾਪਤ ਹੁੰਦਾ ਸਾਨੂੰ ਜਦੋਂ ਅਸੀਂ ਕੋਈ ਕਹਾਣੀ ਪੜ੍ਹਦੇ ਹਾਂ, ਕੋਈ ਰਚਨਾ ਪੜ੍ਹਦੇ ਹਾਂ, ਤਾਂ ਇੱਕ ਸਹਿਜ ਸੁਭਾਵਕ ਉਸ ਦੇ ਵਿੱਚੋਂ ਅਰਥ ਉਤਪੰਨ ਹੁੰਦਾ, ਸਾਡੇ ਤੱਕ ਉਹ ਪਹੁੰਚਦਾ, ਸਹਿਜ ਸੁਭਾਵਕ ਰੂਪ ਦੇ ਵਿੱਚ ਵੀ ਪਹੁੰਚਦਾ। ਹੁਣ ਉਹ ਅਰਥ ਕਿਵੇਂ ਬਣਿਆ, ਇਸ ਅਰਥ ਦੇ ਬਣਨ ਦੀ ਪ੍ਰਕਿਰਿਆ ਨੂੰ ਜਾਣਨਾ ਵੀ ਪਾਠਕ ਲਈ ਜ਼ਰੂਰੀ ਹੈ ਕਿ ਉਹ ਅਰਥ ਬਣ ਕਿਵੇਂ ਗਿਆ। ਤਾਂ ਜਿਹੜਾ ਵੀ ਉਸਨੇ ਅਰਥ ਬਣਾਇਆ, ਉਸ ਅਰਥ ਦੇ ਬਣਨ ਦੀ ਪ੍ਰਕਿਰਿਆ ਦੇ ਵਿੱਚ ਜਿਹੜੇ ਵੀ ਤੱਤਾਂ ਦਾ ਰੋਲ ਹੋਊਗਾ ਉਹਨਾਂ ਦੀ ਨਿਸ਼ਾਨਦੇਹੀ ਕਰਨੀ। ਕਿ ਜੇ ਕਹਾਣੀ ਕੋਈ, ਮੰਨ ਲਓ ਅਸੀਂ ਕਹਿੰਦੇ ਹਾਂ ਕਿ ਕਹਾਣੀ ਔਰਤ ਦੇ ਅਧਿਕਾਰਾਂ ਦੀ ਗੱਲ ਤਾਂ ਕਰਦੀ ਹੈ, ਪਰ ਅਖੀਰ ਦੇ ਵਿੱਚ ਇਹਨਾਂ ਅਧਿਕਾਰਾਂ ਤੋਂ ਉਸ ਨੂੰ ਇੱਕ ਤਰ੍ਹਾਂ ਨਾਲ ਵੰਚਿਤ ਕਰਨ ਵਾਲੀ ਵਿਚਾਰਧਾਰਾ ਦੇ ਨਾਲ ਜੋੜ ਦਿੰਦੀ ਹੈ। ਮੰਨ ਲਓ ਇਹ ਕਹਾਣੀ ਦਾ ਸਾਰ ਤੱਤ ਹੈ, ਤਾਂ ਇਹ ਗੱਲ ਕਿੱਥੋਂ ਪੈਦਾ ਹੋਈ, ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਉਹਦੇ ਵਿੱਚ ਸ਼ਾਮਿਲ ਨੇ ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਇਸ ਦੇ ਵਿੱਚ ਔਰਤ ਦੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ। ਅਤੇ ਇਹ ਗੱਲ ਸਿਰਫ ਸਤਹ ਦੇ ਪੱਧਰ ਦੇ ਉੱਪਰ ਹੈ, ਇਹ ਗੱਲ ਗਹਿਰੀ ਨਹੀਂ ਹੈਗੀ। ਕਿੱਥੇ ਉਹ ਚੀਜ਼ ਆ ਗਈ ਜਿਸ ਦੇ ਵਿੱਚ ਕਿ ਉਹ ਇਸ ਅਧਿਕਾਰ ਨੂੰ ਹਾਸਲ ਕਰਨ ਲਈ ਜੋ ਯਤਨ ਕਰਨੇ ਨੇ ਉਹਨਾਂ ਦੇ ਉੱਪਰ ਇੱਕ ਤਰ੍ਹਾਂ ਨਾਲ ਉਸ ਦੇ ਬਾਰੇ ਉਸ ਦੇ ਅੰਦਰ, ਔਰਤ ਦੇ ਅੰਦਰ ਖਦਸ਼ਾ ਭਰ ਦੂਗਾ ਕਿ ਇਸ ਰਸਤੇ ਉੱਪਰ ਤੁਰਨ ਦੇ ਨਾਲ ਉਸ ਨੂੰ ਨਿਰਾਸ਼ਾ ਪੱਲੇ ਪਊਗੀ। ਤਾਂ ਇਸ ਕਿਸਮ ਦੇ ਨਾਲ ਉਹ ਫਿਰ ਇਹ ਖੋਜਣਾ ਪਊਗਾ ਕਿ ਕਿਹੜੀ ਚੀਜ਼ ਜਿਹੜੀ ਹੈਗੀ ਹੈ, ਕਿਹੜੇ ਤੱਤ ਨੇ ਇਹੋ ਜਿਹੇ, ਜਾਂ ਕਿਹੜੇ ਮੋਟਿਵ ਨੇ, ਜਾਂ ਕਿਹੜੀਆਂ ਘਟਨਾਵਾਂ ਨੇ, ਕਿਹੜਾ ਪਾਤਰ ਹੈ, ਕਿਹੜੇ ਉਚਾਰ ਨੇ ਕਹਾਣੀ ਦੇ ਵਿੱਚ, ਜਿਨ੍ਹਾਂ ਉਚਾਰਾਂ ਦੇ ਆਧਾਰ ਦੇ ਉੱਪਰ ਅਸੀਂ ਇਹ ਅਰਥ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਿਰਫ ਅਰਥ ਦੱਸ ਦੇਣ ਦੇ ਨਾਲ ਜਿਹੜੀ ਪਾਠਕੀ ਅਨੁਕਿਰਿਆ ਜਾਂ ਪਾਠਕੀ ਹੁੰਗਾਰਾ ਖਤਮ ਨਹੀਂ ਹੋ ਜਾਂਦਾ, ਸਗੋਂ ਉਹ ਅਰਥ ਜੋ ਹਾਸਲ ਕੀਤਾ ਉਹ ਤੁਸੀਂ ਰਚਨਾ ਦੇ ਕਿਹੜੇ ਤੱਤਾਂ ਦੇ ਆਧਾਰ ਦੇ ਉੱਪਰ ਹਾਸਲ ਕੀਤਾ ਜਾਂ ਬਣਾਇਆ, ਉਹਨਾਂ ਦੇ ਬਾਰੇ ਦੱਸਣਾ ਵੀ ਇੱਕ ਤਰ੍ਹਾਂ ਨਾਲ ਪਾਠਕ ਦਾ ਕੰਮ ਹੈ ਕਿ ਆਹ ਗੱਲਾਂ ਨੇ ਜਿਨ੍ਹਾਂ ਗੱਲਾਂ ਕਰਕੇ, ਜਾਂ ਆਹ ਕਹਾਣੀ ਦੇ ਤੱਤ ਨੇ, ਆਹ ਘਟਨਾਵਾਂ ਨੇ, ਆਹ ਉਚਾਰ ਨੇ, ਆਹ ਪਾਤਰ ਹੈ, ਆਹ ਕਾਰਜ ਨੇ, ਜਿਨ੍ਹਾਂ ਦੇ ਆਧਾਰ ਦੇ ਉੱਪਰ ਉਸ ਨੇ ਇਹ ਅਰਥ ਬਣਾਇਆ। ਭਾਵ ਅਸੀਂ ਪਾਠਕ ਨੂੰ ਇਸ ਲਈ ਉਤਸ਼ਾਹਿਤ ਕਰਨਾ ਕਿ ਉਹ ਆਪਣਾ ਅਰਥ ਖੁਦ ਬਣਾਵੇ, ਪਰ ਆਪਣੇ ਅਰਥ ਨੂੰ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਕਹਾਣੀ ਦੇ ਕਿਹੜੇ ਤੱਤ, ਘਟਨਾਵਾਂ, ਮੋਟਿਵ, ਪਾਤਰ, ਉਚਾਰ, ਕਾਰਜ, ਕਿਹੜੇ ਕਾਰਜਾਂ ਦੇ ਆਧਾਰ ਦੇ ਉੱਪਰ ਉਸਨੇ ਅਰਥ ਬਣਾਇਆ, ਉਸ ਨੂੰ ਵੀ ਤਰਕਸ਼ੀਲ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰੇ। ਅਤੇ ਮੈਂ ਉਮੀਦ ਕਰਦਾ ਕਿ ਪੰਜਾਬੀ ਦੇ ਵਿੱਚ ਜਿਹੜੇ ਬੱਚੇ ਹੁਣ BA ਭਾਗ ਪਹਿਲਾ ਦੇ ਵਿੱਚ ਪੜ੍ਹਨ ਆ ਰਹੇ ਨੇ, ਉਹ ਇਸ ਗੱਲ ਦੇ ਮਹੱਤਵ ਨੂੰ ਸਮਝਣਗੇ ਅਤੇ ਇਸ ਮੌਕੇ ਦੇ ਉੱਪਰ ਉਹ ਆਪਣੀ ਸਿਰਜਣਾਤਮਕਤਾ ਦੀ ਵਰਤੋਂ ਕਰਨਗੇ, ਰਚਨਾ ਨੂੰ ਗਹਿਰੇ ਤਰੀਕੇ ਨਾਲ ਖੁਦ ਪੜ੍ਹਨ ਦੀ ਕੋਸ਼ਿਸ਼ ਕਰਨਗੇ। ਇਸ ਤਰ੍ਹਾਂ ਕਰਨ ਦੇ ਕਾਰਨ ਦੇ ਪਿੱਛੇ ਇੱਕ ਹੋਰ ਜਿਹੜਾ ਮੁੱਖ ਕਾਰਨ ਵੀ ਹੈ ਕਿ ਅਸੀਂ ਜਦੋਂ ਸਾਰੇ ਹੀ ਇੱਕੋ ਤਰ੍ਹਾਂ ਦੇ ਅਰਥਾਂ ਦੀ ਗੱਲ ਕਰ ਰਹੇ ਹਾਂ ਤਾਂ ਹਰ ਪਾਠਕ ਇੱਕ ਤਰ੍ਹਾਂ ਨਾਲ ਆਪਣੀ ਸ਼ਖਸੀਅਤ ਨੂੰ ਗਵਾ ਲੈਂਦਾ। ਜਦੋਂ ਸਾਰਿਆਂ ਦੇ ਕੋਲ ਇੱਕੋ ਹੀ ਅਰਥ ਹੈ ਤਾਂ ਮਤਲਬ ਕਿਸੇ ਦੀ ਕੋਈ ਵੱਖਰੀ ਸ਼ਖਸੀਅਤ ਨਹੀਂ ਹੈਗੀ। ਅਤੇ ਸਾਹਿਤ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਇਹ ਹੁੰਦੀ ਹੈ ਕਿ ਉਹ ਮਨੁੱਖਾਂ ਦੀਆਂ ਵੱਖਰੀਆਂ ਸ਼ਖਸੀਅਤਾਂ ਨੂੰ ਕਬੂਲ ਕਰਦਾ ਅਤੇ ਉਹਨਾਂ ਸ਼ਖਸੀਅਤਾਂ ਦੇ ਵਿਕਾਸ ਲਈ ਜਿਹੜੀ ਕਲਪਨਾ ਦੀ ਅਤੇ ਵਿਅਕਤੀਗਤ ਜਿਹੜੇ
ਹਰ ਵਿਅਕਤੀ ਦੀ ਆਪਣੇ ਵਿਅਕਤੀਗਤ ਲੱਛਣ ਹੁੰਦੇ ਨੇ, ਉਹਨਾਂ ਨੂੰ ਇੱਕ ਤਰ੍ਹਾਂ ਨਾਲ ਵਿਕਸਿਤ ਕਰਨ ਦਾ ਮੌਕਾ ਦਿੰਦਾ ਹੈ। ਹਰ ਵਿਅਕਤੀ ਨੂੰ ਆਪਣੇ ਆਲੇ ਦੁਆਲੇ ਨੂੰ ਆਲੋਚਨਾਤਮਕ ਤਰੀਕੇ ਨਾਲ ਲੈਣ ਦੀ ਜਿਹੜੀ ਕੁਵਤ ਤੇ ਸਮਰੱਥਾ ਹੈਗੀ ਆ, ਉਹ ਉਸ ਨੂੰ ਪ੍ਰਦਾਨ ਕਰਦਾ। ਤੇ ਜਦੋਂ ਇਹ ਪਾਠਕ ਆਪਣੀ ਰਚਨਾ ਨੂੰ ਪੜ੍ਹ ਰਿਹਾ ਹੈ ਤਾਂ ਜ਼ਰੂਰੀ ਨਹੀਂ ਆ ਕਿ ਉਹ ਰਚਨਾ ਬਾਰੇ ਸਿਰਫ ਪ੍ਰਸ਼ੰਸਾਤਮਕ ਵਤੀਰਾ ਹੀ ਅਪਣਾਵੇ, ਉਹ ਉਸ ਦੇ ਬਾਰੇ ਆਲੋਚਨਾਤਮਕ ਵਤੀਰਾ ਵੀ ਅਪਣਾ ਸਕਦਾ ਹੈ, ਉਹ ਉਸ ਦੇ ਨੁਕਸ ਵੀ ਛਾਂਟ ਸਕਦਾ ਹੈ। ਇਹ ਖੁੱਲ੍ਹ ਵੀ ਸਾਨੂੰ ਆਪਣੇ ਪਾਠਕ ਨੂੰ ਦੇਣੀ ਪਊਗੀ ਤੇ ਸਿਖਾਉਣਾ ਪਊਗਾ ਕਿ ਉਹ ਰਚਨਾ ਨੂੰ ਆਲੋਚਨਾਤਮਕ ਤਰੀਕੇ ਨਾਲ ਲਵੇ। ਰਚਨਾ ਦੇ ਪ੍ਰਤੀ ਸਿਰਫ ਨਤਮਸਤਕ ਹੋਣਾ ਹੀ ਸਿਰਫ ਸਾਡਾ ਕੰਮ ਨਹੀਂ ਹੈਗਾ, ਉਸ ਰਚਨਾ ਦੇ ਵਿੱਚ ਜੋ ਅਰਥ ਸਥਾਪਿਤ ਹੋ ਰਿਹਾ ਉਸ ਅਰਥ ਨੂੰ ਆਲੋਚਨਾਤਮਕ ਤਰੀਕੇ ਨਾਲ ਲੈਣਾ ਵੀ ਇੱਕ ਤਰ੍ਹਾਂ ਨਾਲ ਪਾਠਕ ਦਾ ਕੰਮ ਹੈ। ਤੇ ਜਿਸ ਕਲਾ ਦੇ ਰਾਹੀਂ ਲੇਖਕ ਨੇ ਉਸ ਅਰਥ ਨੂੰ ਸਥਾਪਿਤ ਕੀਤਾ, ਉਸ ਕਲਾ ਨੂੰ ਸਮਝਣਾ ਵੀ ਸਾਡਾ ਕੰਮ ਹੈ। ਤੇ ਇੱਥੇ ਮੈਂ ਆਖਰੀ ਗੱਲ ਇਹ ਕਹਿ ਦਾਂ ਕਿ ਇਹ ਧਾਰਨਾ ਜਿਹੜੀ ਪਾਠਕੀ ਹੁੰਗਾਰਾ ਇਸ ਮਨੌਤ ਉੱਪਰ ਵੀ ਆਧਾਰਿਤ ਹੈ ਕਿ ਜਿਹੜਾ ਅਰਥ ਹੁੰਦਾ ਉਹ ਲਾਜ਼ਮੀ ਤੌਰ 'ਤੇ ਉਹੀ ਨਹੀਂ ਹੁੰਦਾ ਜੋ ਲੇਖਕ ਨੇ ਲਿਖਦਿਆਂ ਹੋਇਆਂ ਉਸ ਦੇ ਵਿੱਚ ਭਰਨ ਬਾਰੇ ਸੋਚਿਆ ਹੋਵੇ। ਤੇ ਅਰਥ ਉਹ ਹੁੰਦਾ ਜੋ ਪਾਠਕ ਨੇ ਹਾਸਲ ਕਰਨਾ, ਜੋ ਸਾਹਿਤਕ ਸਮਾਜ ਦੇ ਵਿੱਚ ਜੋ ਸਾਡਾ ਪਾਠਕ ਵਰਗ ਹੈ ਜੋ ਉਸ ਦੇ ਅਰਥ ਬਣਾਉਂਦਾ, ਉਹ ਵੀ ਘੱਟ ਮਹੱਤਵਪੂਰਨ ਨਹੀਂ ਹੁੰਦੇ। ਅਸੀਂ ਲੇਖਕ ਦੁਆਰਾ ਜਿਹੜਾ ਇੰਟੈਂਡਡ ਅਰਥ, ਜਿਵੇਂ ਕਹਿੰਦੇ ਜੋ ਉਹਦੀ ਖਾਹਿਸ਼ ਸੀ ਜਾਂ ਉਹਦਾ ਜੋ ਮਨਸ਼ਾ ਸੀਗਾ, ਜਿਹੜਾ ਮਨਸ਼ਾ ਸੀ ਉਹਦਾ ਅਰਥ ਪ੍ਰਦਾਨ ਕਰਨ ਦਾ, ਉਸ ਮਨਸ਼ੇ ਤੱਕ ਅੱਪੜਨਾ ਸਾਡਾ ਕੰਮ ਨਹੀਂ ਹੈਗਾ। ਸਾਡਾ ਕੰਮ ਹੈ ਕਿ ਉਹ ਰਚਨਾ ਜਿਹੜੀ ਹੈਗੀ ਹੈ ਇੱਕ ਸ਼ਾਬਦਿਕ ਬਣਤਰ ਦੇ ਤੌਰ 'ਤੇ, ਇੱਕ ਪਾਠ ਦੇ ਤੌਰ 'ਤੇ, ਇੱਕ ਟੈਕਸਟ ਦੇ ਤੌਰ ਦੇ ਉੱਪਰ ਉਹ ਕਿਹੜੇ ਅਰਥ ਪ੍ਰਦਾਨ ਕਰ ਰਹੀ ਹੈ ਉਹਨਾਂ ਤੱਕ ਅੱਪੜਨਾ ਅਤੇ ਉਹਨਾਂ ਅਰਥਾਂ ਦੇ ਨਾਲ ਆਪਣਾ ਇੱਕ ਰਿਸ਼ਤਾ ਬਣਾਉਣਾ ਤੇ ਉਹਨਾਂ ਅਰਥਾਂ ਦੀ ਆਪਣੀ ਵਿਆਖਿਆ ਜਿਹੜੀ ਹੈਗੀ ਆ ਉਹ ਪੈਦਾ ਕਰਨਾ। ਉਹ ਇਸ ਦਾ ਪਾਠਕੀ ਹੁੰਗਾਰੇ ਨੂੰ ਤੁਹਾਡੇ ਪਾਠਕ੍ਰਮ ਵਿੱਚ ਸ਼ਾਮਿਲ ਕਰਨ ਦਾ ਮਕਸਦ ਹੈ। ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਮਦਦ ਕਰੂਗੀ। ਪੰਜਾਬੀ ਵਿਭਾਗ ਦੇ ਚੈਨਲ ਦੇ ਉੱਪਰ ਲਗਾਤਾਰ ਇਸ ਕਿਸਮ ਦੀਆਂ ਜਿਹੜੀਆਂ ਅਕਾਦਮਿਕ ਵੀਡੀਓ ਬਣਾਉਂਦੇ ਰਹਿੰਦੇ ਆ ਤੇ ਤੁਹਾਨੂੰ ਸਭ ਨੂੰ ਇਹ ਅਪੀਲ ਵੀ ਹੈ ਕਿ ਉਹ ਪੰਜਾਬੀ ਵਿਭਾਗ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਹੋਰ ਆਪਣੇ ਵੱਧ ਤੋਂ ਵੱਧ ਪਾਠਕਾਂ ਤੱਕ, ਵੱਧ ਤੋਂ ਵੱਧ ਵਿਦਿਆਰਥੀਆਂ ਤੱਕ, ਅਧਿਆਪਕਾਂ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬਣਾਈ ਜਾ ਰਹੀ ਸਮੱਗਰੀ ਜਿਹੜੀ ਹੈਗੀ ਆ ਤੁਹਾਡੇ ਤੱਕ ਪਹੁੰਚਾ ਸਕੀਏ। ਤੇ ਨਾਲ ਹੀ ਸਾਨੂੰ ਆਪਣੀਆਂ ਰਾਵਾਂ ਦੇ ਨਾਲ ਵੀ ਨਿਵਾਜਦੇ ਰਹੋ ਤਾਂ ਕਿ ਅਸੀਂ ਆਪਣੀ ਜਿਹੜੀ ਜੋ ਵੀ ਸਮੱਗਰੀ ਇੱਥੇ ਤੁਹਾਨੂੰ ਉਪਲਬਧ ਕਰਾ ਰਹੇ ਹਾਂ ਉਸ ਸਮੱਗਰੀ ਦੇ ਵਿੱਚ ਅਸੀਂ ਗੁਣਾਤਮਕ ਵਾਧਾ ਕਰ ਸਕੀਏ। ਬਹੁਤ ਬਹੁਤ ਧੰਨਵਾਦ।